ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਵਿੱਚ। ਅੱਜ ਆਪਾਂ ਡਿਸਕਸ ਕਰਾਂਗੇ ਟੌਪ 100 ਐਮਸੀਕਿਊ ਜਿਹੜੇ ਹਿਸਟਰੀ ਸਬਜੈਕਟ ਦੇ ਵਿੱਚੋਂ ਹੋਣਗੇ। ਤਾਂ ਹਿਸਟਰੀ ਦੇ ਵਿੱਚੋਂ ਜੇਕਰ ਤੁਸੀਂ ਚੰਡੀਗੜ੍ਹ ਬੀਐਡ ਸੀਈਟੀ ਐਂਟਰੈਂਸ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਹ ਜਿਹੜੇ ਐਮਸੀਕਿਊ ਰਹਿਣਗੇ ਤੁਹਾਨੂੰ ਬਹੁਤ ਹੈਲਪ ਕਰਨਗੇ ਸੀਈਟੀ ਐਂਟਰੈਂਸ ਟੈਸਟ ਦੇ ਵਿੱਚ। ਤੇ ਇਹ ਪੰਜਾਬੀ ਐਂਡ ਇੰਗਲਿਸ਼ ਮੀਡੀਅਮ ਦੇ ਵਿੱਚ ਰਹਿਣਗੇ ਐਮਸੀਕਿਊ। ਤੇ ਜੇਕਰ ਤੁਸੀਂ ਇਹ ਐਮਸੀਕਿਊ ਕਰਦੇ ਹੋ ਤਾਂ ਆਈ ਅਪਰੋਕਸੀਮੇਟਲੀ ਇਹ ਰਹਿੰਦੇ ਕਿ 80% ਜਿਹੜੇ ਤੁਹਾਨੂੰ ਹਿਸਟਰੀ ਦੇ ਵਿੱਚੋਂ ਐਮਸੀਕਿਊ ਪੁੱਛੇ ਜਾ ਸਕਦੇ ਨੇ ਇਹਦੇ ਵਿੱਚੋਂ। ਤਾਂ ਮੈਂ ਵੀਡੀਓ ਅਪਲੋਡ ਕਰ ਚੁੱਕਿਆ ਆਲਰੇਡੀ। ਤਾਂ ਇਹਦਾ ਸਿਲੇਬਸ ਕੀ ਹੈ, ਐਗਜ਼ਾਮ ਪੈਟਰਨ ਕੀ ਹੈ, ਉਸਦੇ ਨਾਲ ਕੁਛ ਵੀਡੀਓਜ਼ ਮੈਂ ਅਪਲੋਡ ਕਰ ਚੁੱਕਿਆ ਹਾਂ ਟੀਚਰ ਐਪਟੀਟਿਊਡ ਟੈਸਟ ਨੂੰ ਲੈ ਕੇ। ਟੀਚਰ ਐਪਟੀਟਿਊਡ ਦੇ ਕੁਛ ਕੁ ਵੀਡੀਓਜ਼ ਜਿਹੜੀਆਂ ਅਪਲੋਡ ਕੀਤੀਆਂ ਤੁਸੀਂ ਜ਼ਰੂਰ ਦੇਖੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਹਾਂਜੀ, ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਚੰਡੀਗੜ੍ਹ ਬੀਐਡ ਸੀਈਟੀ ਐਂਟਰੈਂਸ ਟੈਸਟ ਦੇ ਲਈ 2022 ਐਂਡ 23 ਦੇ ਲਈ ਜਿਹੜੇ ਟੌਪ ਐਮਸੀਕਿਊ ਰਹਿਣਗੇ। ਤੇ ਇਹ ਆਪਾਂ 4 ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, 4 ਵੀਡੀਓ ਦੇ ਵਿੱਚ। ਤੇ ਅੱਜ ਵੀਡੀਓ ਦੇ ਵਿੱਚ ਆਪਾਂ 25 ਡਿਸਕਸ ਕਰਾਂਗੇ ਜਿਹੜੇ ਮੋਸਟ ਇੰਪੋਰਟੈਂਟ ਨੇ, ਜਿਹੜੇ ਲਗਾਤਾਰ ਪੇਪਰਾਂ ਦੇ ਵਿੱਚ ਆ ਰਹੇ ਨੇ ਚੰਡੀਗੜ੍ਹ ਸੀਈਟੀ ਬੀਐਡ ਦੇ ਲਈ। ਹਾਂਜੀ, ਸਭ ਤੋਂ ਪਹਿਲਾਂ ਜਿਹੜਾ ਪ੍ਰਸ਼ਨ ਪੁੱਛਿਆ ਗਿਆ ਸੀ ਉਹ ਦੇਖਦੇ ਹਾਂ ਕਿਹੜਾ ਹੈ। ਚਿਪਕੋ ਅੰਦੋਲਨ ਕਦੋਂ ਸਟਾਰਟ ਕੀਤਾ? ਤਾਂ ਕਦੋਂ ਸਟਾਰਟ ਹੋਇਆ ਜੀ ਚਿਪਕੋ ਅੰਦੋਲਨ? ਦੱਸ ਦਿੰਦੇ ਆ। ਕਿਹਨੇ ਸਟਾਰਟ ਕੀਤਾ ਸੀ? ਇਹਦੇ ਵਿੱਚ ਇਹ ਪੁੱਛਿਆ ਕਦੋਂ ਸਟਾਰਟ ਹੋਇਆ, ਇਹ ਵੀ ਦੱਸ ਦਿੰਦੇ ਆ। 1973 ਦੇ ਵਿੱਚੋਂ 1973 ਦੇ ਵਿੱਚੋਂ ਇਹ ਚਿਪਕੋ ਅੰਦੋਲਨ ਮੂਵਮੈਂਟ ਹੈ ਜਿਹੜਾ ਸਟਾਰਟ ਹੋਈ ਸੀ। ਕਿਹਨੇ ਕੀਤੀ ਸੀ? ਦੇਖ ਸਕਦੇ ਹੋ ਸੁੰਦਰ ਲਾਲ ਬਹੁਗੁਣਾ ਨੇ। ਸੁੰਦਰ ਲਾਲ ਬਹੁਗੁਣਾ ਨੇ ਇਹ 1973 ਦੇ ਵਿੱਚ ਚਿਪਕੋ ਅੰਦੋਲਨ ਸਟਾਰਟ ਕੀਤਾ ਸੀਗਾ, ਸ਼ੁਰੂ ਕੀਤਾ ਸੀਗਾ। ਕਿਹੜੀ ਭਾਰਤ ਦੀ ਇਦਾਂ ਦੀ ਸਟੇਟ ਦੇ ਵਿੱਚ ਕੀਤਾ ਸੀ ਇਹਨੂੰ? ਉੱਤਰਾਖੰਡ ਦੇ ਵਿੱਚ। ਉੱਤਰਾਖੰਡ ਦੇ ਵਿੱਚ ਇਸ ਨੂੰ ਸਟਾਰਟ ਕੀਤਾ ਸੀਗਾ। ਤੇ ਕਿਉਂ ਕੀਤਾ ਸੀ? ਦੇਖ ਸਕਦੇ ਹੋ ਟਰੀ ਦੇਖ ਸਕਦੇ ਹੋ, ਤੇ ਇਹਦੀ ਆਸੇ ਪਾਸੇ ਜਿਹੜੀਆਂ ਚਿਪਕੀਆਂ ਹੋਈਆਂ ਨੇ ਵੂਮੈਨਸ ਦੇਖ ਸਕਦੇ ਹੋ। ਤਾਂ ਇਹਦਾ ਮਤਲਬ ਕੀ ਆ ਕਿ ਟਰੀ ਨੂੰ ਬਚਾਉਣ ਦੇ ਲਈ ਲਗਾਤਾਰ ਬਹੁਤ ਵੱਡੇ ਸਕੇਲ ਤੇ ਜਿਹੜੇ ਦਰਖਤਾਂ ਨੂੰ ਵੱਢਿਆ ਜਾ ਰਿਹਾ ਸੀ ਉਸ ਨੂੰ ਬਚਾਉਣ ਦੇ ਲਈ ਇਹ ਅੰਦੋਲਨ ਸਟਾਰਟ ਕੀਤਾ ਗਿਆ ਸੀ। ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰਸ਼ਨ ਹੈ, ਗਾਇਤਰੀ ਮੰਤਰਾ ਕਿੱਥੋਂ ਲਿਆ ਗਿਆ ਹੈ? ਟੇਕਨ ਫਰੋਮ। ਤਾਂ ਗਾਇਤਰੀ ਮੰਤਰਾ ਕਿਸ ਤੋਂ ਲਿਆ ਗਿਆ ਹੈ? ਆਪਣੇ ਕੋਲੇ ਚਾਰ ਵੇਦ ਨੇ। ਸਭ ਤੋਂ ਪਹਿਲਾਂ ਰਿਗਵੇਦ ਹੈ, ਯਜੁਰਵੇਦ ਹੈ, ਅਥਰਵੇਦ ਹੈ ਐਂਡ ਸਾਮਵੇਦ ਹੈ। ਤੇ ਇਹਦੇ ਵਿੱਚੋਂ ਕਿਹੜੇ ਵਿੱਚੋਂ ਗਾਇਤਰੀ ਮੰਤਰ ਲਿਖੇ ਹੋਏ ਨੇ ਤੇ ਆਪਾਂ ਲਏ ਨੇ? ਤਾਂ ਉਹਦਾ ਆਨਸਰ ਹੈ ਫੋਰਥ ਸਾਮਵੇਦ ਤੋਂ ਇਹ ਲਿੱਤੇ ਗਏ ਨੇ। ਤੋਂ ਬਾਅਦ ਆਪਾਂ ਨੈਕਸਟ ਚੱਲਦੇ ਹਾਂ। ਇਦਾਂ ਦਾ ਕਿਹੜਾ ਪੀਰੀਅਡ ਹੈ ਜਾਂ ਕੌਣ ਉਹ ਸ਼ਾਸਕ ਸੀ ਜਦੋਂ ਗੌਤਮ ਬੁੱਧਾ ਨੂੰ ਲਾਰਡ ਕਿਹਾ ਗਿਆ ਹੈ? ਕਿਸ ਰਾਜੇ ਦੇ ਸਮੇਂ ਵਿੱਚ ਗੌਤਮ ਬੁੱਧ ਨੂੰ ਭਗਵਾਨ ਵਜੋਂ ਜਾਣਿਆ ਜਾਂਦਾ ਜਾਂ ਬੋਲਿਆ ਜਾਂਦਾ ਸੀ? ਤਾਂ ਆਪਸ਼ਨ ਆਪਣੇ ਕੋਲ 4 ਨੇ, ਹਰਸ਼ਵਰਧਨ, ਅਸ਼ੋਕਾ, ਸਮੁੰਦਰਗੁਪਤ, ਕਨਿਸ਼। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਪਸ਼ਨ ਹੈ ਉਹ ਹੈ ਅਸ਼ੋਕਾ। ਅਸ਼ੋਕਾ ਦੇ ਟਾਈਮ ਜਿਹੜਾ ਗੌਤਮ ਬੁੱਧਾ ਨੂੰ ਲਾਰਡ ਮੰਨਿਆ ਗਿਆ, ਭਗਵਾਨ ਮੰਨਿਆ ਗਿਆ। ਇਸ ਦੇ ਨਾਲ ਆਪਾਂ ਗੱਲ ਕਰੀਏ ਅਸ਼ੋਕਾ ਦੇ ਨਾਲ ਕੁਛ ਹਿੰਟ ਵੀ ਜੁੜੇ ਨੇ। ਕਲਿੰਗਾ ਜਿਹੜੇ ਅਕਸਰ ਕਲਿੰਗਾ ਵਾਰ ਹੈ ਜਿਹੜੀ ਅਕਸਰ ਪੁੱਛੀ ਜਾਂਦੀ ਹੈ। ਕਲਿੰਗਾ ਵਾਰ ਕਿਸ ਦੇ ਨਾਲ ਆਧਾਰਿਤ ਹੈ? ਅਸ਼ੋਕਾ ਦੇ ਨਾਲ। ਤੇ ਇਹ ਕਿਹੜੇ ਸ਼ਿਲਾਲੇਖ ਦੇ ਵਿੱਚ ਮਿਲਦੀ ਹੈ? 13ਵਾਂ ਸ਼ਿਲਾਲੇਖ ਜਿਹੜਾ ਰੌਕ ਦੇ ਵਿੱਚ ਹੋਏ ਨੇ। ਰੌਕ ਦੇ ਵਿੱਚ ਲਿਖਿਆ ਗਿਆ ਵੀ ਪੱਥਰ ਦੇ ਉੱਤੇ 13ਵਾਂ ਸ਼ਿਲਾਲੇਖ ਲਿਖਿਆ ਜਿਹਦੇ ਵਿੱਚ ਕਲਿੰਗਾ ਯੁੱਧ ਦੇ ਬਾਰੇ ਲਿਖਿਆ ਹੋਇਆ। ਤੇ ਇਹ ਬਹੁਤ ਭਾਸ਼ਾਵਾਂ ਦੇ ਵਿੱਚ ਰਹਿਣ ਵਾਲਾ ਅਸ਼ੋਕਾ ਦੇ ਦੁਆਰਾ ਸ਼ਿਲਾਲੇਖ ਲਿਖਾਏ ਗਏ ਸੀ। ਇਹਨੂੰ 5-6 ਭਾਸ਼ਾਵਾਂ ਦੇ ਵਿੱਚ ਲਿਖਿਆ ਹੋਇਆ। ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਭਾਸ਼ਾਵਾਂ। ਹਾਂਜੀ, ਇਸ ਤੋਂ ਬਾਅਦ ਆਪਾਂ ਗੱਲ ਕਰੀਏ ਇਦਾਂ ਦਾ ਭਾਰਤ ਵਿੱਚ ਇਦਾਂ ਦਾ ਆਪਾਂ ਧਰਮ ਦੱਸਣਾ ਜਿਹਨੇ ਸਟੈਚੂ ਪੂਜਾ ਜਾਂ ਪੱਥਰ ਪੂਜਾ ਨੂੰ ਸ਼ੁਰੂ ਕੀਤਾ। ਇਹਦੇ ਵਿੱਚ ਹੈ ਜੈਨ ਧਰਮ ਹੈ, ਬੁੱਧ ਧਰਮ ਹੈ, ਵੈਦਿਕ ਧਰਮ ਹੈ, ਸਨਾਤਨ ਧਰਮ ਹੈ। ਤਾਂ ਇਹਦੇ ਵਿੱਚੋਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਇਹ ਬੁੱਧ ਧਰਮ ਹੈ ਜੀ। ਬੁੱਧ ਧਰਮ ਦੇ ਵਿੱਚ ਹੀ ਜਿਹੜੀ ਸਟੈਚੂ ਪੂਜਾ ਸਟਾਰਟ ਹੋਈ ਸੀ, ਸ਼ੁਰੂ ਕੀਤੀ ਹੈ। ਉਸ ਤੋਂ ਬਾਅਦ ਜਿਹੜਾ ਨੈਕਸਟ ਹੈ, ਦੇਖੋ ਤੁਸੀਂ ਬੀਐਡ ਦਾ ਪੇਪਰ ਦੇਣ ਜਾ ਰਹੇ ਹੋ, ਸਭ ਤੋਂ ਓਲਡ ਯੂਨੀਵਰਸਿਟੀਆਂ ਦੇ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ, ਜਿਵੇਂ ਤਕਸ਼ਲਾ, ਨਾਲੰਦਾ ਯੂਨੀਵਰਸਿਟੀ। ਤੇ ਕਿੱਥੇ ਕਿੱਥੇ ਸੀ ਉਹ ਵੀ ਚੇਤੇ ਤੁਸੀਂ ਰੱਖਣਾ ਹੈ। ਕਿਹਨੇ ਬਣਾਏ ਸੀ? ਕਿਉਂਕਿ ਬੀਐਡ ਦੇ ਲਈ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਬੀਐਡ ਦੇ ਲਈ ਤੁਸੀਂ ਐਜ਼ ਏ ਟੀਚਰ ਦੇ ਲਈ ਜਾ ਰਹੇ ਹੋ ਤਾਂ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਯੂਨੀਵਰਸਿਟੀਆਂ ਦੇ ਬਾਰੇ ਪਤਾ ਹੋਣਾ ਚਾਹੀਦਾ, ਕਿਉਂਕਿ ਤੁਸੀਂ ਟੀਚਿੰਗ ਆਉਣ ਵਾਲੇ ਸਮੇਂ ਦੇ ਵਿੱਚ ਟੀਚਿੰਗ ਕਰੋਗੇ। ਇਹ ਚੀਜ਼ਾਂ ਜ਼ਰੂਰੀ ਨੇ।
ਦੇਖੋ ਨਾਲੰਦਾ ਯੂਨੀਵਰਸਿਟੀ ਦਾ ਪੀਰੀਅਡ ਕਦੋਂ ਦਾ ਸੀ ਤੇ ਕੌਣ ਉਦੋਂ ਡਾਇਨੈਸਟੀ ਰਾਜ ਕਰਦੀ ਸੀ ਭਾਰਤ ਤੋਂ, ਤਾਂ ਉਹ ਦੱਸਣਾ ਜੀ ਕਿਹੜੇ ਪੀਰੀਅਡ ਟਾਈਮ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ, ਐਸਟੈਬਲਿਸ਼ਮੈਂਟ। ਠੀਕ ਹੈ ਜੀ, ਐਸਟੈਬਲਿਸ਼ ਕਦੋਂ ਹੋਈ ਆ? ਇਹਦੇ ਵਿੱਚ ਚਾਰ ਆਪਸ਼ਨ ਨੇ ਆਪਣੇ ਕੋਲੇ, ਤਾਂ ਇਹਦਾ ਜਿਹੜਾ ਰਾਈਟ ਆਪਸ਼ਨ ਹੈ ਗੁਪਤਾ, ਗੁਪਤਾ ਰਾਜਵੰਸ਼ ਡਾਇਨੈਸਟੀ, ਗੁਪਤਾ ਡਾਇਨੈਸਟੀ ਵੱਲੋਂ ਇਹਦੀ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ। ਕਿਸਨੇ ਕੀਤੀ ਸੀ? ਕੁਮਾਰ ਗੁਪਤਾ ਨੇ। ਹਾਂਜੀ, ਤੁਸੀਂ ਆਪਣੇ ਨਾਲ ਕਾਪੀ ਪੈਨ ਲੈ ਕੇ ਰੱਖੋ, ਇਹੋ ਜਿਹੀ ਚੀਜ਼ਾਂ ਤੁਸੀਂ ਨੋਟ ਵੀ ਕਰਦੇ ਜਾਓ। ਠੀਕ ਹੈ ਜੀ, ਕੁਮਾਰ ਗੁਪਤਾ ਨੇ ਇਹਦੀ ਜਿਹੜਾ ਕਿ ਨੀਂਹ ਪੱਥਰ ਰੱਖਿਆ ਸੀ ਜਦ ਇਹਨੂੰ ਸਥਾਪਨਾ ਕੀਤੀ ਸੀ। ਹਾਂਜੀ, ਤੁਹਾਨੂੰ ਪੁੱਛਣਾ ਚਾਹੁੰਦਾ ਹੈ ਵਰਲਡ ਦੀ ਫਸਟ ਯੂਨੀਵਰਸਿਟੀ, ਵਰਲਡ ਦੀ ਫਸਟ ਯੂਨੀਵਰਸਿਟੀ ਉਹ ਵੀ ਭਾਰਤ ਦੇ ਵਿੱਚ ਸੀ, ਜਿਸ ਨੂੰ ਤਕਸ਼ਲਾ ਯੂਨੀਵਰਸਿਟੀ ਕਿਹਾ ਜਾਂਦਾ, ਤੇ ਤਕਸ਼ਲਾ ਅੱਜ ਦੇ ਟਾਈਮ 'ਚ ਪਾਕਿਸਤਾਨ ਦੇ ਵਿੱਚ, ਇਹ ਵੀ ਤੁਸੀਂ ਚੇਤੇ ਰੱਖਣਾ। ਹਾਂਜੀ, ਨਾਲੰਦਾ ਯੂਨੀਵਰਸਿਟੀ ਦਾ ਹੋਰ ਤੁਹਾਨੂੰ ਦੱਸ ਦੇਵਾਂ, ਇਸ ਨੂੰ ਅੱਗ ਲਗਾ ਕੇ ਜਲਾਇਆ ਗਿਆ। ਨਾਲੰਦਾ ਯੂਨੀਵਰਸਿਟੀ ਅੱਗ ਲਗਾ ਕੇ ਜਲਾਇਆ ਗਿਆ, ਤੇ ਕਿਸ ਦੇ ਦੁਆਰਾ ਜਲਾਇਆ ਗਿਆ? ਬਖਿਆਰ ਖਿਲਜੀ ਦੇ ਦੁਆਰਾ। ਬਖਿਆਰ ਖਿਲਜੀ ਮੁਹੰਮਦ ਗੌਰੀ ਦਾ ਕਮਾਂਡਰ ਸੀ। ਮੁਹੰਮਦ ਗੌਰੀ ਦੇ ਟਾਈਮ ਤੇ ਬਖਿਆਰ ਖਿਲਜੀ ਦੁਆਰਾ ਇਸ ਨੂੰ ਅੱਗ ਲਗਾਈ ਗਈ। ਕਿਉਂ ਲਗਾਈ ਗਈ? ਕਿਉਂਕਿ ਉਹ ਸੋਚਦਾ ਸੀ ਸਾਡੇ ਧਰਮ ਦੀ ਜਿਹੜੀਆਂ ਇਸ ਯੂਨੀਵਰਸਿਟੀ ਦੇ ਵਿੱਚ ਬੁੱਕਸ ਨਹੀਂ ਮਿਲੀਆਂ, ਨਾ ਹੀ ਕੋਈ ਉਹਦੇ ਵਿੱਚ ਏਦਾਂ ਦੀ ਕੋਈ ਸ਼ਿਲਾਲੇਖ ਮਿਲੇ ਆ, ਨਾ ਕੋਈ ਉਹਨਾਂ ਨੂੰ ਏਦਾਂ ਦੇ ਸਬੂਤ ਮਿਲੇ ਆ ਉਹਨਾਂ ਦੇ ਧਰਮ ਨੂੰ ਲੈ ਕੇ। ਇਸ ਕਰਕੇ ਉਹਨੇ ਗੁੱਸੇ 'ਚ ਆ ਕੇ ਇਸ ਨੂੰ ਅੱਗ ਲਗਾ ਦਿੱਤੀ। ਅੱਜ ਉਹ ਇੱਕ ਫਿਰ ਤੋਂ ਦੂਜੀ ਵਾਰ ਰਿਕਵਰ ਕੀਤੀ ਗਈ ਆ, ਪਰ ਉਹਦੇ ਵਿੱਚ ਕੋਈ ਏਦਾਂ ਦਾ ਚੀਜ਼ ਨਹੀਂ ਮਿਲੀ। ਪਰ ਹਾਂ, ਯੂਨੀਵਰਸਿਟੀ ਅੱਜ ਉਹ ਹੈਗੀ ਆ, ਪਰ ਉਹ ਚੱਲਦੀ ਨਹੀਂ, ਪਰ ਤੁਸੀਂ ਦੇਖ ਸਕਦੇ ਹੋ ਉਸਨੂੰ। ਹਾਂਜੀ, ਇਸ ਤੋਂ ਬਾਅਦ ਆਪਾਂ ਗੱਲ ਕਰੀਏ ਅਗਲਾ, ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਪਹਿਲੀ ਦੱਸ ਚੁੱਕੇ ਹਾਂ ਜੀ, ਕਿਸਨੇ ਕੀਤੀ ਆ? ਕੁਮਾਰ ਗੁਪਤ ਨੇ। ਕੁਮਾਰ ਗੁਪਤ ਨੇ ਇਹਦੀ ਕੀ ਕੀਤੀ ਜੀ? ਸਥਾਪਨਾ ਕੀਤੀ ਹੈ। ਤੇ ਕਿਸ ਦੇ ਦੁਆਰਾ ਜਲਾਇਆ ਗਿਆ? ਬਖਿਆਰ ਖਿਲਜੀ ਦੇ ਦੁਆਰਾ। ਮੁਹੰਮਦ ਗੌਰੀ ਦਾ ਚੀਫ ਕਮਾਂਡਰ ਸੀ ਜਿਹੜਾ, ਉਸ ਦੇ ਦੁਆਰਾ। ਉਸ ਤੋਂ ਬਾਅਦ ਜੈਨ ਧਰਮ ਦੇ ਵਿੱਚ ਕਿੰਨੇ, ਪਹਿਲਾਂ ਮੈਂ ਤੁਹਾਨੂੰ ਦੱਸਦਾ, ਤੀਰਥੰਕਰ ਜਿਹੜੇ ਹੁੰਦੇ ਨੇ ਗੁਰੂ ਹੁੰਦੇ ਨੇ। ਜਿਵੇਂ ਸਿੱਖ ਧਰਮ ਦੇ ਵਿੱਚ 10 ਗੁਰੂ ਨੇ, ਐਵੇਂ ਜੈਨ ਧਰਮ ਦੇ ਵਿੱਚ ਟੋਟਲ 24 ਗੁਰੂ ਨੇ। ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਦੱਸਣਾ ਇਹਦੇ ਵਿੱਚ ਗੁਰੂ ਕਿਹੜਾ ਆ, ਤਾਂ ਉਹਦਾ ਨਾਮ ਹੈ ਜੀ ਰਿਸ਼ਵ ਦੇਵ, ਸਭ ਤੋਂ ਪਹਿਲਾ ਗੁਰੂ ਹੈ। ਉਸ ਤੋਂ ਬਾਅਦ ਜਿਹੜਾ ਲਾਸਟ ਗੁਰੂ ਹੈ ਮਹਾਵੀਰ, ਲਾਸਟ ਗੁਰੂ ਜਿਹੜਾ ਇਹਨਾਂ ਦਾ ਮਹਾਵੀਰ ਹੈ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ 23 ਦੀ, ਇਹ ਵੀ ਪੁੱਛਿਆ ਜਾਂਦਾ 23, ਤਾਂ ਉਹ 23 ਕੌਣ ਹੈ ਜੀ? ਪਰਸ਼ 23 ਗੁਰੂ ਸੀਗਾ ਇਹਨਾਂ ਦਾ, 23। ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਪਾਂ ਚੱਲਦੇ ਹਾਂ, ਹੂ ਵਾਸ ਦਾ ਫਸਟ ਸਟੂਡੈਂਟ ਆਫ ਲਾਰਡ ਮਹਾਵੀਰ। ਦੇਖੋ, ਲਾਰਡ ਮਹਾਵੀਰ ਨੂੰ ਗੁਰੂ ਵੀ ਮੰਨਿਆ ਗਿਆ, ਭਗਵਾਨ ਮੰਨਿਆ ਗਿਆ, 24ਵੇਂ ਗੁਰੂ ਸੀਗੇ ਜੈਨ ਧਰਮ ਦੇ। ਤੇ ਉਹਨਾਂ ਦੇ ਵਿਦਿਆਰਥੀ, ਸਭ ਤੋਂ ਪਹਿਲੇ ਜਿਹੜੇ ਵਿਦਿਆਰਥੀ ਸੀ ਉਹ ਜਮਾਲੀ ਸੀ। ਜਮਾਲੀ ਇੱਕ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਸੀ ਇਹਨਾਂ ਦਾ। ਫਿਰ ਲਾਰਡ ਮਹਾਵੀਰ ਨੇ ਆਪਣੀ ਬੇਟੀ ਦਾ ਨਿਕਾਹ, ਜੇ ਵਿਆਹ ਗੱਲ ਕਰੀਏ, ਮੈਰਿਜ ਜਮਾਲੀ ਨਾਲ ਕਰ ਦਿੱਤੀ ਸੀ। ਬਹੁਤ ਵਧੀਆ ਸੀ ਪੜ੍ਹਾਈ ਦੇ ਵਿੱਚ ਵੀ ਤੇ ਵੈਸੇ ਵੀ। ਉਸ ਤੋਂ ਬਾਅਦ ਆਪਾਂ ਇਦਾਂ ਦੀ ਪਲੇਸ ਦੱਸਣੀ ਆ ਜਿੱਥੇ ਜੈਨਿਜ਼ਮ ਐਂਡ ਬੁੱਧਿਜ਼ਮ ਬੋਥ ਪਲੇਸ ਜਿਹੜੀ ਕਿ ਜ਼ਰੂਰੀ ਹੈ, ਜਿੱਥੇ ਕਿ ਜੈਨ ਧਰਮ ਦੀ ਵੀ ਕੋਈ ਥਾਂ ਹੋਵੇ ਤੇ ਬੁੱਧਿਸਟ ਧਰਮ ਦੀ ਵੀ ਉੱਥੇ ਕੋਈ ਥਾਂ ਹੋਵੇ, ਤੇ ਇਦਾਂ ਦਾ ਪਵਿੱਤਰ ਥਾਂ ਜਾਂ ਇਦਾਂ ਦੀ ਹੋਲੀ ਪਲੇਸ ਬਾਰੇ ਦੱਸਣਾ ਹੈ। ਤਾਂ ਆਪਣੇ ਆਪਸ਼ਨ ਹੈ ਪਾਟਲੀਪੁੱਤਰ, ਦੇਵਗਿਰੀ, ਸਾਰਨਾਥ ਐਂਡ ਕੁਸ਼ਾਭੀ। ਤਾਂ ਤੁਹਾਨੂੰ ਦੱਸ ਦੇਵਾਂ, ਪਾਟਲੀਪੁੱਤਰ ਦਾ 올ਡ ਨੇਮ ਕੀ ਹੈ ਜੀ? ਸੌਰੀ, ਹੁਣ ਨਵਾਂ ਨੇਮ ਹੈ ਪਟਨਾ। ਠੀਕ ਹੈ ਜੀ, ਪਟਨਾ ਚੇਤੇ ਰੱਖਣਾ ਤੁਸੀਂ, ਪਟਨਾ ਹੈ। ਤਾਂ ਇਹਦੇ ਵਿੱਚ ਲਿਖਿਆ ਵੀ ਹੋਇਆ ਪਾਟਲੀਪੁੱਤਰ ਦਾ ਨਾਮ ਪਟਨਾ। ਇਹਦੇ ਵਿੱਚ ਜਿਹੜਾ ਸਹੀ ਆਪਸ਼ਨ ਆ ਤੁਹਾਨੂੰ ਦੱਸ ਦਈਏ, ਫੋਰਥ ਇਹਦਾ ਸਹੀ ਆਪਸ਼ਨ ਹੈ ਜੀ। ਕਿੱਥੇ ਹੈ ਜੀ? ਕੌਸੰਬੀ ਚ, ਕੌਸੰਬੀ ਦੇ ਵਿੱਚ ਹੈ, ਜਿੱਥੇ ਜੈਨ ਧਰਮ ਤੇ ਬੁੱਧ ਧਰਮ ਦੇ ਦੋਨੋਂ ਦੇ ਪਵਿੱਤਰ ਥਾਂ ਮੰਨੇ ਗਏ। ਉਸ ਤੋਂ ਬਾਅਦ ਨੈਕਸਟ ਆਪਾਂ ਚੱਲਦੇ ਹਾਂ, 올ਡੈਸਟ ਕੋਇਨ ਜਿਹੜਾ ਕਿ ਕਿਸ ਮੈਟਲ ਦੇ ਦੁਆਰਾ ਬਣਿਆ ਹੋਇਆ ਸੀਗਾ ਭਾਰਤ ਦੇ ਵਿੱਚ। ਇਦਾਂ ਦਾ ਤੁਸੀਂ, ਭਾਰਤ ਵਿੱਚ ਸਭ ਤੋਂ ਪੁਰਾਣੇ ਸਿੱਕੇ ਕਿਸ ਧਾਤ ਦੇ ਬਣੇ ਹੋਏ ਸਨ, ਤਾਂ ਕਿਸ ਧਾਤ ਦੇ ਬਣੇ ਹੋਏ ਸਨ? ਦੇਖੋ, ਸੋਨਾ ਦਾ ਬਾਅਦ ਚ ਮਿਲਿਆ, ਸੋਨਾ ਦਾ ਬਾਅਦ ਚ ਹੋਇਆ ਕਿਉਂਕਿ ਉਹ ਬਹੁਤ ਰਿਫਾਈਨ ਕਰਕੇ ਫਿਰ ਬਣਦਾ। ਹਾਂਜੀ, ਕਾਪਰ ਦੇ ਵਿੱਚ ਮਿਲਦੇ ਸੀ। ਠੀਕ ਹੈ ਜੀ, ਕਾਪਰ ਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਸਿੱਕੇ ਆ ਕਾਪਰ ਦੇ ਵਿੱਚ ਹੋਈ ਸੀ, ਮਿਲੇ ਸੀ। ਉਸ ਤੋਂ ਬਾਅਦ ਸਿਲਵਰ ਦੇ ਵਿੱਚ ਚਲਾਏ ਗਏ। ਹਾਂਜੀ, ਸਿਲਵਰ ਦੇ ਕਿਸ ਨੇ ਚਲਾਏ ਇਹ ਵੀ ਦੱਸ ਦੇਣਾ। ਦੇਖੋ, ਇੱਕ ਕੁਐਸਚਨ ਦੇ ਵਿੱਚ ਤੁਹਾਡੇ 2-2 3-3 ਕੁਐਸਚਨ ਨਿਕਲ ਕੇ ਆ ਰਹੇ ਨੇ, ਮਤਲਬ ਕਿ ਮੋਸਟ ਇੰਪੋਰਟੈਂਟ ਨੇ ਜਿਹੜੇ, ਤੇ ਉਹਦੇ ਨਾਲ ਨਾਲ ਜੋ ਚੀਜ਼ਾਂ ਨੇ ਉਹ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ, ਇਸ ਕਰਕੇ ਤੁਸੀਂ ਆਪਣੇ ਕਾਪੀ ਪੈਨ ਲੈ ਕੇ ਰੱਖਣਾ। ਹਾਂਜੀ,
ਚੰਦ ਸਿਲਵਰ ਦਾ ਸਿੱਕਾ ਕਿਸ ਨੇ ਚਲਾਇਆ? ਸ਼ੇਰਸ਼ਾਹ ਸੂਰੀ ਨੇ। ਸ਼ੇਰਸ਼ਾਹ ਸੂਰੀ ਨੇ ਹਿਮਾਯੂ ਨੂੰ ਹਰਾਇਆ ਸੀ। ਤੇ ਮੁਗਲ ਅੰਪਾਇਰ ਦੇ ਵਿੱਚ ਕੋਈ ਏਦਾਂ ਦੇ ਸਾਲ ਸੀ ਜਿਹਦੇ ਵਿੱਚ ਮੁਗਲ ਅੰਪਾਇਰ ਦੇ ਕਿਸੇ ਸ਼ਾਸਕ ਨੇ ਰਾਜ ਨਹੀਂ ਕੀਤਾ ਸੀ, ਉਹ ਕਿਸੇ ਸ਼ੇਰਸ਼ਾਹ ਸੂਰੀ ਨੇ ਰਾਜ ਕੀਤਾ ਸੀ। ਇਸ ਤੋਂ ਬਾਅਦ ਸਿਕੰਦਰ ਸ਼ੇਰਸ਼ਾਹ ਜਿਹੜਾ ਸਿਕੰਦਰ ਸ਼ਾਹ ਸੂਰੀ ਸੀਗਾ ਉਸਦਾ ਪੁੱਤਰ ਸੀਗਾ। ਉਸ ਨਾਲ ਵੀ ਕਾਫੀ ਤੁਹਾਨੂੰ ਅੱਗੇ ਦੱਸਾਂਗਾ ਵੀ ਇਹਦਾ ਕੀ ਸੰਬੰਧ ਰਿਹਾ ਇਤਿਹਾਸ ਦੇ ਵਿੱਚ। ਦੇਖੋ ਸ਼ੇਰਸ਼ਾਹ ਸੂਰੀ ਨੇ ਸਭ ਤੋਂ ਜਿਹੜਾ ਲੰਮਾ ਹਾਈਵੇ ਵੀ ਬਣਾਇਆ, ਤੁਹਾਨੂੰ ਪਤਾ ਹੋਣਾ ਚਾਹੀਦਾ, ਪਿਸ਼ਾਵਰ ਟੂ ਕਿੱਥੋਂ ਤੱਕ ਮੈਂਸ਼ਨ ਕਰ ਦੇਣਾ। ਪਿਸ਼ਾਵਰ ਤੋਂ ਸਟਾਰਟ ਹੋ ਕੇ ਕਿੱਥੋਂ ਤੱਕ ਚੱਲਿਆ ਉਹ ਵੀ ਤੁਸੀਂ ਮੈਂਸ਼ਨ ਕਰ ਦੇਣਾ ਕਮੈਂਟ ਦੇ ਵਿੱਚ, ਠੀਕ ਹੈ ਜੀ। ਵੈਸੇ ਪਤਾ ਹੋਣਾ ਚਾਹੀਦਾ ਸ਼ੇਰਸ਼ਾਹ ਸੂਰੀ ਨੇ ਜੀਟੀ ਰੋਡ, ਗ੍ਰਾਂਡ ਟਰੰਕ ਰੋਡ ਜਿਹੜੇ ਬਣਵਾਏ ਸੀਗੇ। ਸਭ ਤੋਂ ਪਹਿਲਾਂ ਜਿਹੜਾ ਲੰਮਾ ਰੋਡ ਬਣਾਇਆ ਉਹ ਸ਼ੇਰਸ਼ਾਹ ਸੂਰੀ ਦੁਆਰਾ ਬਣਾਇਆ ਗਿਆ। ਹਾਂਜੀ, ਇਹ ਸਿਲਵਰ ਦਾ ਚਲਾਇਆ ਗਿਆ। ਕਿੰਨੇ ਗ੍ਰਾਮ ਦਾ ਸੀ? 178 ਗ੍ਰਾਮ ਦਾ, ਠੀਕ ਹੈ ਜੀ, 178 ਗ੍ਰਾਮ ਦਾ ਸੀਗਾ ਇਹ ਸਿੱਕਾ। ਇਸ ਤੋਂ ਬਾਅਦ ਉਜੈਨ ਦਾ ਪੁਰਾਣਾ ਨਾਮ, ਪ੍ਰਾਚੀਨ ਜਾਂ ਐਂਸੀਐਂਟ ਨੇਮ ਦੱਸਣਾ ਉਜੈਨ ਦਾ। ਤਾਂ ਇਹਦੇ ਵਿੱਚ ਆਪਣੇ ਕੋਲ ਆਪਸ਼ਨ ਨੇ, ਬਟ ਇਹਦੇ ਵਿੱਚ ਰਾਈਟ ਆਪਸ਼ਨ ਅਵੰਤਿਕਾ। ਹਾਂਜੀ, ਅਵੰਤਿਕਾ ਇਸਦਾ ਉਜੈਨ ਦਾ ਜਾ ਕੇ ਐਂਸੀਐਂਟ ਨਾਮ ਸੀ, ਅੱਜ ਤਾਂ ਉਜੈਨ ਦੇ ਨਾਮ ਤੇ ਸਾਰੇ ਜਾਣਦੇ ਨੇ। ਇਹ ਕਿਹੜੀ ਨਦੀ ਤੇ ਸੀ? ਇਹ ਸਿਪਰਾ। ਹਾਂਜੀ, ਸਿਪਰਾ। ਦੇਖੋ ਸਿਪਰਾ ਰਿਵਰ ਦੇ ਕਿਨਾਰੇ ਤੇ ਇਹ ਸ਼ਹਿਰ ਵਸਿਆ ਸੀ। ਅੱਜ ਦੇ ਟਾਈਮ 'ਚ ਵੀ ਸਿਪਰਾ ਜਿਹੜੀ ਨਦੀ ਆ ਉਹ ਕਿਸ ਦੀ ਟ੍ਰਿਬਿਊਟਰੀ ਹੈ ਜੀ? ਇਹਦੇ ਵਿੱਚ ਮੈਂਸ਼ਨ ਕਰ ਦੇਣਾ ਕਿਸ ਦੀ ਸਹਾਇਕ ਨਦੀ ਹੈ, ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇ ਤੁਸੀਂ ਸਰਚ ਕਰੋਗੇ ਸ਼ਾਇਦ ਜ਼ਿਆਦਾ ਤੁਹਾਨੂੰ ਚੇਤੇ ਰਹਿਣਾ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਪੀਰ ਪੈਗੰਬਰ ਮੁਹੰਮਦ ਦਾ ਜਨਮ ਕਦੋਂ ਹੋਇਆ? ਦੇਖੋ ਇਹਦੇ ਵਿੱਚ ਵੀ ਕੰਫਲਿਕਟ ਚੱਲਦਾ ਰਹਿੰਦਾ, ਕਾਫੀ ਇਤਿਹਾਸਕਾਰਾਂ ਨੇ ਕਦੇ ਕੁਛ ਲਿਖਿਆ ਕਦੇ ਕੁਛ ਲਿਖਿਆ, ਬਟ ਕਦੋਂ ਉਹਨਾਂ ਦਾ ਜਨਮ ਹੋਇਆ, ਬੌਰਨ ਕਦੋਂ ਹੋਈ ਸੀ? ਕਈ ਬੁੱਕਸ ਦੇ ਵਿੱਚ 771 ਮਿਲਦਾ ਏਡੀ, ਤੇ ਕਈਆਂ ਵਿੱਚ 772 ਤੇ ਕਈਆਂ ਵਿੱਚ 700 ਪੂਰਾ 70 ਵੀ ਮਿਲ ਜਾ, 570 571 ਹੈ 572। ਇਸ ਤਰ੍ਹਾਂ ਕੰਫਲਿਕਟ ਚੱਲਦਾ ਰਹਿੰਦਾ। ਜੇ ਤੁਹਾਨੂੰ 571 ਆਇਆ 70 ਆਇਆ ਤੁਸੀਂ ਉਹਨਾਂ ਵਿੱਚੋਂ ਇੱਕ ਸਹੀ ਕਰ ਸਕਦੇ ਹੋ। ਵੈਸੇ ਇਹ ਤਿੰਨੇ ਇੱਕੋ ਟਾਈਮ 'ਚ ਨਹੀਂ ਆਉਣੇ ਤੁਹਾਨੂੰ, ਵੈਸੇ ਸੌਖਾ ਆਵੇਗਾ, ਇੰਨਾ ਕੋਈ ਔਖਾ ਨਹੀਂ ਆਵੇਗਾ, ਪਰ ਇਹ MCQ ਕਰੋਗੇ ਤੁਸੀਂ ਬੀਐਡ CET ਦੇ ਵਿੱਚ ਤੁਹਾਡਾ ਆਰਾਮ ਦੇ ਨਾਲ ਰਹਿ ਕੇ ਐਗਜ਼ਾਮ ਕਲੀਅਰ ਹੋ ਜਾਏਗਾ। ਹਾਂਜੀ, ਟੀਚਿੰਗ ਐਪਟੀਟਿਊਡ ਵੀ ਅਸੀਂ ਡਿਸਕਸ ਕਰਾਂਗੇ, ਔਰ ਇਹ ਵੀ ਲਗਾਤਾਰ ਤੁਹਾਨੂੰ ਵੀਡੀਓ ਮਿਲਦੀਆਂ ਰਹਿਣਗੀਆਂ। ਥੋੜੀ ਜਿਹੀ ਜਿਹੜੀ ਪ੍ਰੋਬਲਮ ਕਰਕੇ ਆਪਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੇ। ਦੇਖੋ ਜੀ, ਪਾਟਲੀਪੁੱਤਰ ਕਿਸ ਨੇ ਆਪਣੀ ਕੈਪੀਟਲ ਬਣਾਇਆ ਸੀ? ਅੰਪਾਇਰ ਕਿਹੜਾ ਸੀ, ਮਤਲਬ ਕਿਹੜਾ ਰਾਜਾ ਸੀ ਉਦੋਂ? ਫਸਟਲੀ ਇਦਾਂ ਦਾ ਕਿਹੜਾ ਸੀ ਜਿਹਨੇ ਆਪਣਾ ਪਾਟਲੀਪੁੱਤਰ ਐਜ਼ ਏ ਕੈਪੀਟਲ ਬਣਾਇਆ ਸੀ? ਅਸ਼ੋਕਾ, ਉਦੀਨ, ਚੰਦਰਗੁਪਤ ਮੌਰਿਆ ਐਂਡ ਰਾਜਾ ਦੁਸ਼ਯੰਤ। ਹਾਂਜੀ, ਚੰਦਰਗੁਪਤ ਮੌਰਿਆ ਤੋਂ ਪਹਿਲਾਂ ਕਿਹੜੀ ਡਾਇਨੈਸਟੀ ਸੀ? ਉਹ ਹੈ ਨੰਦ ਡਾਇਨੈਸਟੀ ਜਿਹੜੀ ਰਾਜ ਕਰਦੀ ਸੀ, ਠੀਕ ਹੈ ਜੀ, ਪਾਟਲੀਪੁੱਤਰ ਤੇ। ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਬੀ ਦਾ ਸੈਕੰਡ ਇਸ ਦਾ ਸਹੀ ਆਨਸਰ ਆ ਉਦੀਨ। ਉਦੀਨ ਇਸ ਦਾ ਰਾਈਟ ਆਨਸਰ ਹੈ ਜੀ। ਉਦੀਨ ਨੇ ਆਪਣੀ ਪਾਟਲੀਪੁੱਤਰ ਜਿਹੜੀ ਰਾਜਧਾਨੀ ਘੋਸ਼ਿਤ ਕੀਤੀ ਸੀਗੀ। ਉਸ ਤੋਂ ਬਾਅਦ ਆਪਾਂ ਨੈਕਸਟ ਚੱਲਦੇ ਹਾਂ ਜੀ। ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਕੁਛ ਨੰਦ ਡਾਇਨੈਸਟੀ ਕਦੋਂ ਆਈ ਸੀ, ਉਸ ਤੋਂ ਬਾਅਦ ਕਿਹੜੀ ਕਿਹੜੀ ਆਈ ਸੀ, ਫਿਰ ਇਹਦੇ ਵਿੱਚ ਵੀ ਕੁਛ ਨਾ ਡਿਸਕਸ ਕਰ ਲਵਾਂਗੇ। ਦੇਖੋ ਜੀ, ਇਹਦੇ ਵਿੱਚ ਲਿਖਿਆ ਅਜਾਸਤਰੂ ਜਿਹੜਾ ਕਿਹੜੀ ਡਾਇਨੈਸਟੀ ਤੋਂ ਬਿਲੋਂਗ ਕਰਦਾ ਹੈ? ਨੰਦ ਡਾਇਨੈਸਟੀ। ਉਸ ਤੋਂ ਬਾਅਦ ਮੌਰਿਆ ਡਾਇਨੈਸਟੀ ਆਈ ਸੀ। ਹਾਂਜੀ, ਉਹ ਵੀ ਤੁਹਾਨੂੰ ਦੱਸਾਂਗੇ। ਹਾਂਜੀ, ਲਾਸਟ ਜਿਹੜਾ ਨੰਦ ਡਾਇਨੈਸਟੀ ਦਾ ਲਾਸਟ ਕਿੰਗ ਕਿਹੜਾ ਸੀ? ਉਹ ਧਨਾਨੰਦ ਜਿਹੜਾ ਲਾਸਟ ਏਜ ਦਾ ਕਿੰਗ ਸੀਗਾ। ਉਸ ਟਾਈਮ ਧਨਾਨੰਦ ਦੇ ਟਾਈਮ ਕੋਟਲਿਆ ਨੇ ਧਨਾਨੰਦ ਨੂੰ ਇਹ ਕਿਹਾ ਸੀ ਵੀ ਸਿਕੰਦਰ ਜਿਹੜਾ ਅਲੈਗਜ਼ੈਂਡਰ ਵੀ ਕਿਹਾ ਜਾਂਦਾ, ਗ੍ਰੇਟ ਹਨਾ, ਗ੍ਰੇਟ ਦੇ ਨਾਮ ਨਾਲ ਜਾਣਿਆ ਜਾਂਦਾ, ਗ੍ਰੇਟ ਦੀ ਉਪਾਧੀ ਮਿਲੀ ਹੋਈ ਆ ਸਿਕੰਦਰ ਨੂੰ, ਗ੍ਰੇਟ ਦਾ ਸਿਕੰਦਰ। ਉਹ ਆ ਰਿਹਾ ਤਾਂ ਤੁਸੀਂ ਇਸਦੇ ਬਾਰੇ ਕੁਝ ਹੱਲ ਕਰੋ, ਨਹੀਂ ਤਾਂ ਉਹ ਸਾਰੇ ਭਾਰਤ ਉੱਤੇ ਕਬਜ਼ਾ ਕਰ ਲੇਗਾ। ਪਰ ਧਨਾਨੰਦ ਨੇ ਉਹਦੀ ਇੱਕ ਨਹੀਂ ਸੁਣੀ ਸੀ। ਹਾਂਜੀ, ਆਨੰਦ ਡਾਇਨੈਸਟੀ ਦਾ ਫਾਊਂਡਰ ਕੌਣ ਹੈ ਜੀ? ਮਹਾਪਦਮਨ ਇਹਦਾ ਫਾਊਂਡਰ ਹੈ। ਹਾਂਜੀ, ਆਪਾਂ ਗੱਲ ਕਰੀਏ ਇਹਦੇ ਰਾਈਟ ਆਪਸ਼ਨ ਦੀ, ਕਿਹੜੀ ਡਾਇਨੈਸਟੀ ਤੋਂ ਬਿਲੋਂਗ ਕਰਦਾ ਜੀ? ਉਹ ਹੈ ਆਪਣੇ ਕੋਲ ਸਹੀ ਆਪਸ਼ਨ ਆ ਹਰਿਅੰਕਾ ਡਾਇਨੈਸਟੀ ਰਾਜਵੰਸ਼ ਤੋਂ ਇਹ ਬਿਲੋਂਗ ਕਰਦਾ। ਚੇਤੇ ਰੱਖਣਾ ਇਦਾਂ ਦਾ ਨਹੀਂ ਹੁੰਦਾ, ਪਰ ਨੰਦ ਡਾਇਨੈਸਟੀ ਤੋਂ ਥੋੜਾ ਪੁੱਛਿਆ ਜਾ ਸਕਦਾ ਹੈ, ਕੁਸ਼ਾਨ ਦੇ ਵਿੱਚੋਂ ਸਲੰਕੀ ਦੇ ਵਿੱਚ, ਠੀਕ ਹੈ। ਦੋ ਡਾਇਨੈਸਟੀਆਂ ਦਾ ਤੁਸੀਂ ਧਿਆਨ ਦੇ ਵਿੱਚ ਰੱਖਣਾ, ਨੰਦ ਦਾ ਸਪੈਸ਼ਲ, ਕਿਉਂਕਿ ਚੰਦਰਗੁਪਤ ਮੌਰਿਆ ਸਿਕੰਦਰ ਆਇਆ ਸੀ ਉਸ ਟਾਈਮ, ਸਿਕੰਦਰ ਨੂੰ ਵੀ ਚੇਤੇ ਰੱਖਣਾ ਹੈ।
ਉਸ ਤੋਂ ਬਾਅਦ ਕੌਟਲਿਆ ਨੇ ਵੀ ਬਹੁਤ ਸਾਰੀਆਂ ਜਿਹੜੀ ਕੌਟਲਿਆ ਨੀਤੀ ਕਰਕੇ ਬਹੁਤ ਸਾਰੇ ਮਤਲਬ ਅੱਜ ਜਾਣਿਆ ਜਾਂਦਾ, ਇਸ ਕਰਕੇ ਉਹਨੂੰ ਵੀ ਤੁਸੀਂ ਚੇਤੇ ਰੱਖਣਾ ਹੈ। ਦੇਖ ਲਓ ਮੈਂ ਪਹਿਲੇ ਹੀ ਦੱਸ ਚੁੱਕਿਆ, ਪਾਟਲੀਪੁੱਤਰ ਦਾ 올ਡ ਨੇਮ ਕੀ ਹੈ ਜੀ, ਆਪਾਂ ਨੂੰ ਆਪਸ਼ਨ ਦੇਖਣ ਦਾ ਕੋਈ ਲੋੜ ਹੀ ਨਹੀਂ ਹੈ, ਕਿਉਂਕਿ ਮੈਂ ਪਹਿਲੇ ਹੀ ਦੱਸ ਚੁੱਕਿਆ ਪਾਟਲੀਪੁੱਤਰ ਦਾ ਪੁਰਾਣਾ ਨਾਮ ਪਟਨਾ ਸੀਗਾ। ਹਾਂਜੀ, ਉਸਦੇ ਨਾਲ ਹੀ ਮੈਂ ਗੱਲ ਕਰਾਂ ਦਿੱਲੀ, ਦਿੱਲੀ ਦਾ 올ਡ ਨੇਮ ਕੀ ਸੀ? ਸਭ ਤੋਂ ਵੱਡੀ ਗੱਲ ਹੈ ਜੀ, ਦਿੱਲੀ ਦਾ 올ਡ ਨੇਮ ਪਤਾ ਹੋਣਾ ਚਾਹੀਦਾ, ਇੰਦਰਪ੍ਰਸਥ ਇਸਦਾ ਲਾਸਟ ਮਤਲਬ ਕਿ ਪੁਰਾਣਾ ਨਾਮ ਸੀ। ਇਸ ਤੋਂ ਪਹਿਲਾਂ ਵੀ ਇੱਕ ਨਾਮ ਸੀ ਜਿਸਨੂੰ ਦਿੱਲੀ ਕਾ ਬੋਲਿਆ ਜਾਂਦਾ, ਦਿੱਲੀ ਕਾ, ਠੀਕ ਹੈ ਜੀ। ਦਿੱਲੀ ਕਾ ਤੋਂ ਫਿਰ ਆਇਆ ਇੰਦਰਪ੍ਰਸਥ, ਇੰਦਰਪ੍ਰਸਥ ਤੋਂ ਫਿਰ ਦਿੱਲੀ ਬਣਿਆ ਹੈ। ਤਾਂ ਦਿੱਲੀ ਕਦੋਂ ਰਾਜਧਾਨੀ ਬਣੀ ਹੈ ਜੀ ਆਪਣੇ ਭਾਰਤ ਦੀ, ਕਿਹੜੇ ਰਾਜੇ ਨੇ ਬਣਾਈ ਆ, ਉਹ ਕਮੈਂਟ ਕਰ ਦੇਣਾ, ਠੀਕ ਹੈ ਜੀ। ਜੇਕਰ ਤੁਸੀਂ ਇਦਾਂ ਦੀਆਂ ਚੀਜ਼ਾਂ ਦੇਖੋਗੇ ਤੇ ਕਮੈਂਟ ਕਰੋਗੇ, ਤੁਹਾਡੇ ਚੇਤੇ ਜ਼ਿਆਦਾ ਰਹਿਣਾ, ਇਸ ਕਰਕੇ ਦੱਸਣ ਨੂੰ ਤਾਂ ਸਭ ਕੁਝ ਦੱਸ ਦਈਏ, ਪਰ ਤੁਹਾਡੇ ਵੀ ਕੋਈ ਕਮੈਂਟਾਂ ਦੇ ਵਿੱਚ ਦੱਸੇ। ਹਾਂਜੀ, ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਦਾਂ ਦੀ ਕਿਹੜੀ ਡੈਂਸਿਟੀ ਸੀ ਜਾਂ ਰਾਜਵੰਸ਼ ਸੀ ਜਦੋਂ ਐਸਟੈਬਲਿਸ਼ ਹੋਈ ਹੈ, ਜੋ ਸਿਕੰਦਰ ਨੇ ਅਟੈਕ ਕੀਤਾ ਭਾਰਤ ਦੇ ਵਿੱਚ। ਦੇਖੋ ਇਹਦੇ ਵਿੱਚ ਆਪਾਂ ਨੂੰ ਪੁੱਛਿਆ ਹੋਇਆ ਕਿ ਭਾਰਤ ਵਿੱਚ ਸਿਕੰਦਰ ਦੇ ਹਮਲੇ ਦੌਰਾਨ ਕਿਹੜਾ ਰਾਜਵੰਸ਼ ਸਥਾਪਿਤ ਹੋਇਆ, ਮਤਲਬ ਕਿਹੜੀ ਡੈਂਸਿਟੀ ਇਦਾਂ ਦੀ ਹੈ ਜਦੋਂ ਉਹ ਬਣੀ ਸੀ, ਸਥਾਪਨਾ ਹੋਈ ਸੀ। ਆਪਸ਼ਨ ਨੇ ਆਪਣੇ ਕੋਲੇ 4, ਇਹਦੇ ਵਿੱਚ ਜਿਹੜਾ ਰਾਈਟ ਆਪਸ਼ਨ ਆ ਉਹ ਹੈ ਨੰਦ ਡੈਂਸਿਟੀ, ਤੁਹਾਨੂੰ ਪਹਿਲੇ ਹੀ ਦੱਸਿਆ ਹੈ ਨੰਦ ਡੈਂਸਿਟੀ, ਠੀਕ ਹੈ ਜੀ। ਕਦੋਂ ਹੋਈ ਸੀ? 326 BC ਦੇ ਵਿੱਚ। ਇਸ ਤੋਂ ਬਾਅਦ ਮੌਰਿਆ ਡੈਂਸਿਟੀ, ਦੇਖੋ ਜੀ ਇਹਦੇ ਵਿੱਚ ਮੌਰਿਆ ਡੈਂਸਿਟੀ ਆਈ ਸੀ, ਤੇ ਇਸ ਤੋਂ ਬਾਅਦ ਸ਼ੁੰਗ ਡੈਂਸਿਟੀ, ਮੌਰਿਆ ਤੋਂ ਬਾਅਦ ਇਸ ਤੋਂ ਬਾਅਦ ਕਿਹੜੀ ਆਈ ਸੀ? ਸ਼ੁੰਗ ਡੈਂਸਿਟੀ। ਤਾਂ ਸ਼ੁੰਗ ਡੈਂਸਿਟੀ ਦਾ ਜਿਹੜਾ ਫਾਊਂਡਰ ਸੀਗਾ ਉਹ ਪੁਸ਼ਪਮਿੱਤਰ ਸ਼ੁੰਗ ਸੀਗਾ, ਤੇ ਮੌਰਿਆ ਦਾ ਚੰਦਰਗੁਪਤ ਮੌਰਿਆ ਜਿਹੜਾ ਫਾਊਂਡਰ ਸੀਗਾ, ਠੀਕ ਹੈ ਜੀ। ਤੇ ਚਾਣਕਿਆ ਵੀ ਉਸ ਟਾਈਮ ਦਾ ਬਹੁਤ ਮਸ਼ਹੂਰ ਹੈ, ਤੁਸੀਂ ਚਾਣਕਿਆ ਨੂੰ ਨਹੀਂ ਭੁੱਲਣਾ, ਨੰਦ ਡੈਂਸਿਟੀ ਤੋਂ ਲੈ ਕੇ ਸ਼ੁੰਗ ਡੈਂਸਿਟੀ ਤੱਕ। ਉਸ ਤੋਂ ਬਾਅਦ ਚੱਲਦੇ ਆਪਾਂ, ਉਹ ਪਹਿਲਾਂ ਹੀ ਦੱਸ ਚੁੱਕਿਆ ਤੁਹਾਨੂੰ, ਚੰਦਰਗੁਪਤ ਦਾ ਗੁਰੂ ਕੌਣ ਸੀ, ਇਹ ਵੀ ਪੁੱਛਿਆ ਜਾ ਸਕਦਾ ਹੈ। ਚਾਣਕਿਆ ਦਾ ਅਸਲੀ ਨਾਮ ਕੀ ਹੈ? ਬਚਪਨ ਨਾਮ ਵਿਸ਼ਨੂਗੁਪਤ, ਉਹਦਾ ਨਾਮ ਜਿਹੜਾ ਹੈ ਉਹ ਵਿਸ਼ਨੂਗੁਪਤ ਹੈ ਜੀ, ਠੀਕ ਹੈ। ਵਿਸ਼ਨੂਗੁਪਤ ਉਹਦਾ ਬਚਪਨ ਦਾ ਨਾਮ ਹੈ। ਚਾਣਕਿਆ ਉਹਦਾ ਨਾਮ ਕਿਵੇਂ ਪਿਆ ਉਹ ਵੀ ਦੱਸ ਦਿੰਦੇ ਆ। ਚਾਣਕਿਆ ਨਾਮ ਪਿਆ ਉਹਦਾ, ਚਣਕਿਆ ਇਹਦੇ ਪਤਾ, ਚਣਕਿਆ ਦਾ ਨਾਮ ਕਿਵੇਂ ਪਿਆ? ਚਾਣਕਿਆ ਇਹਦੇ ਪਿਤਾ ਦਾ ਨਾਮ ਸੀ, ਇਸ ਕਰਕੇ ਚਣਕਿਆ ਇਹਨੂੰ ਕਿਹਾ ਗਿਆ। ਤੇ ਕੌਟਲਿਆ ਵੀ ਇਸਦਾ ਨਾਮ ਹੈ, ਇਸ ਕਰਕੇ ਕੌਟਲਿਆ, ਵਿਸ਼ਨੂਗੁਪਤ, ਇਸ ਤਰ੍ਹਾਂ ਦੇ ਨਾਮ ਆਉਂਦੇ। ਤੇ ਕਿਸ ਦੇ ਗੁਰੂ ਸੀ? ਚੰਦਰਗੁਪਤ ਮੌਰਿਆ ਦੇ, ਯਾਦ ਰੱਖਣਾ ਤੁਸੀਂ, ਚੰਦਰਗੁਪਤ ਮੌਰਿਆ ਦੇ। ਹਾਂਜੀ, ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਜਿਹੜਾ ਮੈਂ ਆਪਣੀ ਲਾਈਫ ਦੇ ਵਿੱਚ ਮੰਨਦਾ, ਇਹ ਕੁਐਸਚਨ ਆ, ਵੈਸੇ ਆਉਂਦਾ ਨਹੀਂ ਕਿਤੇ, ਮੈਂ ਦੇਖਿਆ ਵੀ ਨਹੀਂ ਆਇਆ, ਬਟ ਇਹ ਜ਼ਰੂਰੀ ਹੈ। ਫਸਟ ਇਦਾਂ ਦੀ ਆਪਾਂ, ਭਾਰਤ ਦਾ ਪਹਿਲਾ ਹਸਪਤਾਲ ਤੇ ਆਯੁਰਵੈਦਿਕ ਗਾਰਡਨ ਕਿਸ ਨੇ ਬਣਵਾਇਆ? ਫਸਟ ਹਸਪੀਟਲ ਆਯੁਰਵੈਦਿਕ ਗਾਰਡਨ ਕਿਸ ਦੇ ਦੁਆਰਾ ਬਣਾਇਆ ਗਿਆ? ਉਹ ਬੰਦੇ ਦਾ ਨਾਮ ਦੱਸਣਾ। ਦੇਖੋ ਬਹੁਤ ਜ਼ਰੂਰੀ ਹੈ, ਇਹਦੇ ਵਿੱਚ ਇਹਦਾ ਆਪਸ਼ਨ ਹੈ ਚਸ਼ੂਰਤਾ, ਠੀਕ ਹੈ ਜੀ। ਚਸ਼ੂਰਤਾ ਨੇ ਇਹ ਬਣਾਇਆ ਸੀ। ਉਸਨੂੰ ਇਹ ਵੀ ਮੰਨਿਆ ਜਾਂਦਾ ਕਿ ਚਸ਼ੂਰਤ ਸੰਬਿਤਾ ਇੱਕ ਸਸ਼ੂਰਤ ਸੰਬਿਤਾ ਇੱਕ ਬੁੱਕ ਵੀ ਲਿਖੀ ਹੈ ਇਸ ਦੇ ਦੁਆਰਾ, ਜਿਹਦੇ ਵਿੱਚ ਬਹੁਤ ਟਾਈਪ ਦੀਆਂ ਜਿਹੜੀਆਂ ਸਰਜਰੀ ਦੁਆਰਾ ਦੱਸਿਆ ਗਿਆ ਵੀ ਇੱਦਾਂ ਦਾ ਸਰਜਰੀ ਹੋ ਸਕਦੀ ਹੈ। ਨੱਕ ਦੀ ਸਰਜਰੀ, ਸਭ ਤੋਂ ਪਹਿਲੀ ਜਿਹੜੀ ਸਰਜਰੀ ਹੋਈ ਸੀ ਉਹ ਨੱਕ ਦੀ ਹੋਈ ਸੀ, ਤੁਸੀਂ ਚੇਤੇ ਰੱਖਣਾ, ਸਭ ਤੋਂ ਪਹਿਲੀ ਜਿਹੜੀ ਸਰਜਰੀ ਹੋਈ ਸੀ ਉਹ ਨੱਕ ਦੀ ਹੋਈ ਸੀ। ਤੇ ਪਲਾਸਟਿਕ ਸਰਜਰੀ ਦੇ ਬਾਰੇ ਬਹੁਤ ਸਾਰੀਆਂ ਪਲਾਸਟਿਕ ਸਰਜਰੀਆਂ ਇਹਨੇ ਆਪਣੀ ਬੁੱਕ ਦੇ ਵਿੱਚ ਲਿਖੀਆਂ ਨੇ। ਅੱਜ ਜੇ ਅਮਰੀਕਾ ਖੋਜ ਕਰ ਰਹੀ ਹੈ, ਇਸਦੇ ਉੱਤੇ ਪੜ੍ਹਦੀ ਆ, ਇਹਨੂੰ ਰੀਡ ਕਰਦੀ, ਡੀਕੋਡ ਕਰ ਰਹੀ ਆ, ਉਹਨਾਂ ਨੂੰ ਬਹੁਤ ਸਾਰੀਆਂ ਸਰਜਰੀਆਂ ਦੇ ਬਾਰੇ ਪਤਾ ਲੱਗਿਆ। ਤੇ ਅਮਰੀਕਾ ਨੂੰ ਇਹ ਵੀ ਪਤਾ ਲੱਗਿਆ ਜੇ ਬੰਦੇ ਦੀ ਗਰਦਨ ਧੜ ਦੇ ਨਾਲੋਂ ਅਲੱਗ ਹੋ ਜੇ, ਬਿਲਕੁਲ ਹੀ ਅਲੱਗ ਹੋ ਜੇ, ਤਾਂ ਉਹ ਜੋੜੀ ਜਾ ਸਕਦੀ ਆ ਅਕੋਰਡਿੰਗ ਟੂ ਚਸ਼ੂਰਤਾ, ਠੀਕ ਹੈ। ਚਸ਼ੂਰਤਾ ਬਹੁਤ ਵੱਡੇ ਬ੍ਰਹਮ ਗਿਆਨੀ। ਉਸ ਤੋਂ ਬਾਅਦ ਅਸ਼ੋਕਾ ਦੇ ਇਨਸਕ੍ਰਿਪਸ਼ਨ ਜਿਹੜੇ ਸ਼ਿਲਾਲੇਖ ਨੇ, ਸਭ ਤੋਂ ਪਹਿਲਾਂ ਡਿਕ੍ਰਿਪਟ ਕਿਸ ਨੇ ਕੀਤੇ, ਪੜ੍ਹੇ ਆ ਜਾਂ ਡੀਕੋਡ ਕੀਤੇ ਆ ਕਿਸ ਦੇ ਦੁਆਰਾ? ਜੇਮਸ ਪ੍ਰਿੰਸੇਪ ਨੇ, ਠੀਕ ਹੈ ਜੀ। ਜੇਮਸ ਦਾ ਤੁਸੀਂ ਨੇਮ ਰੱਖਣਾ ਹੈ। ਤੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ, ਇਹ ਜਿਹੜੇ ਸ਼ਿਲਾਲੇਖ ਨੇ ਇਹ 5 ਤੋਂ 6 ਭਾਸ਼ਾਵਾਂ ਦੇ ਵਿੱਚ ਲਿਖੇ ਹੋਏ ਨੇ, ਜਿਵੇਂ ਕਿ ਉਹਦੇ ਵਿੱਚ ਆ ਬ੍ਰਹਮੀ, ਕਸਤੂਰੀ, ਪਾਲੀ, ਗ੍ਰੀਕ, ਇਸ ਤਰ੍ਹਾਂ ਦੀਆਂ ਭਾਸ਼ਾਵਾਂ ਨੇ ਜਿਹਦੇ ਵਿੱਚ ਲਿਖਿਆ ਹੋਇਆ। ਤਾਂਬੇ ਦੇ ਵਿੱਚ, ਪੱਥਰ ਦੇ ਵਿੱਚ ਇਹ ਸ਼ਿਲਾਲੇਖ ਲਿਖੇ ਹੋਏ ਨੇ, ਠੀਕ ਹੈ ਜੀ। ਇਸ ਨੂੰ ਤੁਸੀਂ ਚੇਤੇ ਰੱਖਣਾ ਹੈ। ਤੇ ਕਲਿੰਗ ਵਾਰ ਦੇ ਬਾਰੇ ਕਿਹੜੇ ਸ਼ਿਲਾਲੇਖ ਦੇ ਵਿੱਚ ਮਿਲਦਾ ਹੈ ਜੀ? ਇਹ ਰੌਕ ਦੇ ਉੱਤੇ ਬਣਿਆ ਸੀ, 13ਵੀਂ ਰੌਕ ਅਡਿਕਟ ਦੇ ਵਿੱਚ ਮਿਲਦਾ। 13ਵੀਂ ਇਦਾਂ ਦੀ ਰੌਕ ਹੈ ਜਾਂ ਪੱਥਰ ਹੈ ਜਿਹਦੇ ਵਿੱਚ ਸ਼ਿਲਾਲੇਖ ਲਿਖਿਆ ਗਿਆ ਸੀ, ਤੇ ਉਹ ਕਲਿੰਗਾ ਵਾਰ ਦੇ ਬਾਰੇ ਦੱਸਦਾ ਹੈ। ਅਸ਼ੋਕਾ ਦੇ ਨਾਲ ਬਹੁਤ ਸੰਬੰਧ ਰੱਖਦਾ,
ਕਲਿੰਗਾ ਵਾਰ। ਉਸ ਤੋਂ ਬਾਅਦ ਕਿਹਾ ਜਾਂਦਾ ਵੀ ਉਸਨੇ ਆਪਣਾ ਸਭ ਕੁਝ ਤਿਆਗਤਾ ਸੀ। ਅੱਜ ਕੋ ਆ ਗਿਆ ਜੀ ਕਲਿੰਗਾ ਵਾਰ ਦੇ ਬਾਰੇ ਕਿਹੜੇ ਆਪਣਾ ਸ਼ਿਲਾਲੇਖ ਦੱਸਦਾ ਹੈ, ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ। ਇਹਦਾ ਜਿਹੜਾ ਆਂਸਰ ਹੈ ਸੀ ਹੈ, ਥਰਡ ਹੈ। 13ਵਾਂ ਰੌਕ ਆਡਿਕਟ ਸਾਨੂੰ ਇਸ ਦੇ ਬਾਰੇ ਦੱਸਦਾ ਹੈ। ਇਸ ਤੋਂ ਬਾਅਦ ਗੱਲ ਹੈ ਪ੍ਰਿਥਵੀ ਰਾਜ ਚੌਹਾਨ ਦੀ। ਦੇਖੋ ਪ੍ਰਿਥਵੀ ਰਾਜ ਚੌਹਾਨ ਨੂੰ ਤੁਸੀਂ ਇਤਿਹਾਸ ਦੇ ਵਿੱਚ ਨਾ ਭੁੱਲਿਓ, ਉਸ ਨੂੰ ਵੀ ਤੁਸੀਂ ਚੇਤੇ ਰੱਖਣਾ ਹੈ। ਦੇਖੋ ਪ੍ਰਿਥਵੀ ਰਾਜ ਦੀ ਉੱਪਰ ਇੱਕ ਬੁੱਕ ਲਿਖੀ ਹੈ, ਉਹਦਾ ਰਾਜ ਕਿਸ ਤਰ੍ਹਾਂ ਸੀ, ਕਿਸ ਤਰ੍ਹਾਂ ਉਹ ਹੈਂਡਲ ਕਰਦਾ ਸੀ ਉਸਨੂੰ, ਇਸ ਤਰ੍ਹਾਂ ਦੀ ਜਿਹੜੀ ਬੁੱਕਸ ਲਿਖੀਆਂ ਹੋਈਆਂ ਨੇ ਤਾਂ ਉਹ ਕਿਸ ਦੇ ਦੁਆਰਾ ਲਿਖੀ ਹੋਈ ਹੈ। ਦੇਖੋ ਪ੍ਰਿਥਵੀ ਰਾਜ ਰਾਸੋ, ਉਹਦਾ ਨਾਮ ਹੈ ਪ੍ਰਿਥਵੀ ਰਾਜ ਰਾਸੋ, ਬੁੱਕ ਦਾ ਨਾਮ ਹੈ। ਤੇ ਉਹ ਕਿਸ ਦੇ ਦੁਆਰਾ ਲਿਖੀ ਹੋਈ ਹੈ ਜੀ? ਜਿਹੜਾ ਇਹਦਾ ਰਾਈਟ ਆਪਸ਼ਨ ਆ ਚੰਦਰਵਾੜ ਢਾਈ ਨੇ ਵਾਲਾ ਚੰਦਰਵਾੜ ਢਾਈ ਹੈ ਜਿਹੜੇ, ਇਹ ਬਚਪਨ ਦੇ ਮਿੱਤਰ ਸੀ। ਪ੍ਰਿਥਵੀ ਰਾਜ ਦੇ ਬਚਪਨ ਦੇ ਮਿੱਤਰ ਸੀਗੇ। ਉਸਦੇ ਨਾਲ ਬਚਪਨ ਦੇ ਮਿੱਤਰ ਦੇ ਨਾਲ ਦਰਬਾਰੀ ਕਵੀ ਵੀ ਸੀਗੇ। ਤੇ ਪ੍ਰਿਥਵੀ ਰਾਜ ਚੌਹਾਨ ਦੇ ਨਾਨਾ ਜੀ ਬਹੁਤ ਜ਼ਰੂਰੀ ਨੇ ਇਤਿਹਾਸ ਦੇ ਵਿੱਚ। ਕੌਣ ਸੀ? ਆਨੰਦਪਾਲ, ਜਿਹੜੇ ਕਿ ਇਹਨਾਂ ਦੇ ਨਾਨਾ ਸੀ। ਤੇ ਉਹ ਅਜਮੇਰ ਦੇ ਰਾਜਾ ਸੀ ਤੇ ਪ੍ਰਿਥਵੀ ਰਾਜ ਫਿਰ ਅਜਮੇਰ ਦੇ ਰਾਜਾ ਬਣੇ। ਏਵਮ ਬਤੂਤਾ ਵੀ ਤੁਸੀਂ ਚੇਤੇ ਰੱਖਣਾ, ਇਹ ਮੁਗਲ ਅੰਪਾਇਰ ਤੋਂ ਨਾਲ ਥੋੜਾ ਜਿਹਾ ਲਿੰਕ ਰੱਖਦੇ ਨੇ, ਇਸ ਕਰਕੇ ਇਸ ਦੇ ਵੱਲ ਵੀ ਤੁਸੀਂ ਧਿਆਨ ਰੱਖਣਾ। ਦੇਖੋ ਪ੍ਰਿਥਵੀ ਸ਼ਾਹ ਤੱਕ, ਪ੍ਰਿਥਵੀ ਰਾਜ ਚੌਹਾਨ ਤੱਕ ਕਦੇ ਆਉਣਾ ਨਹੀਂ। ਪ੍ਰਿਥਵੀ ਰਾਜ ਚੌਹਾਨ ਦੇ ਦੁਆਰਾ ਦੀ ਉੱਪਰ ਇੱਕ ਬੁੱਕ ਲਿਖੀ ਹੋਈ ਹੈ, ਉਹਦੀ ਜੀਵਨ ਦੇ ਉੱਤੇ ਕਿਸੇ ਨੇ ਲਿਖੀ ਹੈ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਇਦਾਂ ਦਾ ਫਸਟ ਮੁਸਲਿਮ ਅਟੈਕ ਦੱਸੋ ਜਿਹਨੇ ਭਾਰਤ ਉੱਤੇ ਕੀਤਾ ਸੀ, ਕਿਸਨੇ ਕੀਤਾ ਸੀ ਫਸਟ ਅਟੈਕ? ਭਾਰਤ ਵਿੱਚ ਪਹਿਲਾ ਮੁਸਲਮਾਨ ਹਮਲਾ ਕਿਸਨੇ ਕੀਤਾ ਜਾਂ ਕੌਣ ਸੀ? ਇਹਦੇ ਵਿੱਚ ਆਪਸ਼ਨ ਦੇਖੋ, ਤੈਮੂਰ ਦਾ ਤੁਸੀਂ ਨਹੀਂ ਮੰਨੋਗੇ, ਬਟ ਇਹਨਾਂ ਵਿੱਚੋਂ ਬਹੁਤ ਸਾਰੇ ਕਨਫਿਊਜ਼ ਹੋਣਗੇ। ਮੁਹੰਮਦ ਗਜਨਬੀ, ਮੁਹੰਮਦ ਬਿਨ ਕਾਸਿਮ, ਮੁਹੰਮਦ ਗੌਰੀ। ਤਾਂ ਬਹੁਤ ਸਾਰੇ ਬੱਚੇ ਮੈਨੂੰ ਪਤਾ ਹੈ ਗਲਤੀ ਕਰਨਗੇ, ਬਟ ਫਿਰ ਵੀ ਦੱਸ ਦਿੰਦਾ। ਜਿਹੜਾ ਰਾਈਟ ਆਪਸ਼ਨ ਆ ਮੁਹੰਮਦ ਬਿਨ ਤੁਗਲਕ। ਮੁਹੰਮਦ ਬਿਨ ਤੁਗਲਕ ਨੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀ 712 ਈਡੀ ਦੇ ਵਿੱਚ। ਠੀਕ ਹੈ ਜੀ, 712 ਈਡੀ ਦੇ ਵਿੱਚ ਇਸਨੇ ਪਹਿਲਾ ਹਮਲਾ ਕੀਤਾ ਸੀ ਭਾਰਤ ਉੱਤੇ। ਤੇ ਇਹਨੇ ਕਿੱਥੇ ਕੀਤਾ ਸੀ? ਇੰਡਸ ਦੇ ਆਸ-ਪਾਸ, ਮਤਲਬ ਇੰਡਸ ਨਦੀ ਜਿਹੜੀ ਕਿ ਅੱਜ ਪੰਜਾਬ ਦੇ ਆਸ-ਪਾਸ ਹੈ, ਇੰਡਸ ਨਦੀ ਦੇ ਆਸ-ਪਾਸ ਕੀਤਾ ਸੀ। ਉਸਦੇ ਨਾਲ ਦੱਸਣਾ ਚਾਹੁੰਦਾ ਕਦੋਂ ਕੀਤਾ। ਇੱਕ ਇਹਨੇ ਕਿੰਨੇ ਅਟੈਕ ਕੀਤੇ ਆ? ਓਨਲੀ ਇੱਕ ਹੀ ਅਟੈਕ ਕੀਤਾ। ਸਭ ਤੋਂ ਪਹਿਲਾਂ ਜਿਹੜਾ ਅਟੈਕ ਆ ਉਹ ਇਸਦਾ ਹੀ ਹੈ, ਮੁਹੰਮਦ ਬਿਨ ਤੁਗਲਕ ਦਾ। ਉਸ ਤੋਂ ਬਾਅਦ ਤੁਸੀਂ ਮੁਹੰਮਦ ਗਜਨਬੀ ਤੇ ਗੌਰੀ ਨੂੰ ਨਾ ਭੁੱਲਿਓ। ਸਭ ਤੋਂ ਜ਼ਿਆਦਾ ਵਾਰ ਹਮਲਾ ਕਿਸਨੇ ਕੀਤਾ ਹੈ? ਮੁਹੰਮਦ ਗਜਨਬੀ ਨੇ। ਕਿੰਨੀ ਵਾਰ? 17 ਵਾਰ। ਦੇਖੋ ਇਸ ਨੂੰ ਵੀ ਤੁਸੀਂ ਨਾ ਭੁੱਲਿਓ, 17 ਵਾਰ ਹਮਲਾਵਰ ਕੌਣ ਹੈ? ਮੁਹੰਮਦ ਗਜਨਬੀ। ਮੁਹੰਮਦ ਗੌਰੀ ਨੂੰ ਵੀ ਤੁਸੀਂ ਨਾ ਭੁੱਲਿਓ, ਇਸਨੇ ਕਿੰਨੀ ਹਮਲੇ ਕੀਤੇ ਆ? ਉਹ ਵੀ ਦੱਸ ਦਿੰਦਾ, 5 ਅਟੈਕ ਕੀਤੇ ਨੇ। ਦੇਖੋ ਮੁਹੰਮਦ ਗੌਰੀ ਦੀ ਗੱਲ ਕਰੀਏ ਆਪਾਂ, 26 ਸਾਲ ਤੱਕ ਇਹਨੇ ਹਮਲੇ ਕੀਤੇ ਹੈ। 1000 ਤੋਂ ਲੈ ਕੇ 1026 ਤੱਕ ਇਸਨੇ ਟੋਟਲ 25 ਸਾਲ, ਲਗਭਗ 25 ਸਾਲ, 27 ਹੈ ਇੱਥੇ, 26 ਸਾਲ ਟੋਟਲ ਇਹਨੇ 17 ਹਮਲੇ ਕੀਤੇ ਨੇ ਭਾਰਤ ਉੱਤੇ। ਮੁਹੰਮਦ ਗੌਰੀ ਨੇ ਵੀ 5 ਹਮਲੇ ਕੀਤੇ ਆ। ਸਭ ਤੋਂ ਪਹਿਲਾਂ ਜਿਹੜਾ ਹਮਲਾ ਕੀਤਾ ਮੁਲਤਾਨ ਤੇ 1175 ਦੇ ਵਿੱਚ ਮੁਲਤਾਨ ਤੇ ਹਮਲਾ ਕੀਤਾ ਸੀ। ਉਸ ਤੋਂ ਬਾਅਦ 2 ਸਾਲਾਂ ਬਾਅਦ 1177 ਦੇ ਵਿੱਚ ਉਸਨੇ ਹਮਲਾ ਕੀਤਾ ਕਿਸ ਤੇ? ਮਾਊਂਟ ਆਬੂ ਤੇ। ਉਸ ਤੋਂ ਬਾਅਦ 1100 ਕਿੰਨੇ ਚ ਹਮਲਾ ਕੀਤਾ ਜੀ? 91 ਚ। 91 ਚ ਕਿੱਥੇ ਕੀਤਾ? ਤਰਾਈਨ ਦਾ ਫਸਟ, ਜਿਹੜਾ ਤਰਾਈਨ ਦਾ ਫਸਟ ਹੈ ਕਿਸ ਦੇ ਨਾਲ ਹੋਇਆ ਸੀ? ਇਹ ਮੁਹੰਮਦ ਗੌਰੀ ਦਾ ਪ੍ਰਿਥਵੀ ਰਾਜ ਚੌਹਾਨ ਦੇ ਨਾਲ। ਪਹਿਲੇ ਚ ਮੁਹੰਮਦ ਗੌਰੀ ਹਾਰ ਗਿਆ ਸੀ ਤੇ 1192 ਦੇ ਵਿੱਚ ਮੁਹੰਮਦ ਗੌਰੀ ਜਿੱਤ ਗਿਆ ਸੀ ਪ੍ਰਿਥਵੀ ਰਾਜ ਚੌਹਾਨ ਤੋਂ। ਠੀਕ ਹੈ ਜੀ, ਤਰਾਈਨ ਦਾ ਸੈਕੰਡ ਤੋਂ ਯੁੱਧ। ਉਸ ਤੋਂ ਬਾਅਦ ਜਿਹੜਾ ਲਾਸਟ ਇਹਦਾ ਯੁੱਧ ਹੈ 91 ਉਸ ਤੋਂ ਬਾਅਦ ਜਿਹੜਾ ਲਾਸਟ ਹੈ ਉਹ ਹੈ 1194 ਈਸਵੀ ਦੇ ਵਿੱਚ। ਤੇ ਲਾਸਟ ਇਹਦਾ ਹਮਲਾ ਸੀਗਾ ਬੈਟਲ ਆਫ ਚੰਦਾਵਰ ਇਸਨੇ ਲਾਸਟ ਹਮਲਾ ਕੀਤਾ ਸੀ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਪ੍ਰਿਥਵੀ ਰਾਜ ਚੌਹਾਨ ਦੀ ਮਾਤਾ ਦਾ ਨਾਮ। ਪ੍ਰਿਥਵੀ ਰਾਜ ਚੌਹਾਨ ਮਦਰ ਦਾ ਨੇਮ ਦੱਸਣਾ ਆਪਾਂ। ਇਹ ਵਿੱਚ ਜਿਹੜਾ ਰਾਈਟ ਆਪਸ਼ਨ ਆ ਦੱਸ ਦਿੰਦੇ ਆ ਤੁਹਾਨੂੰ, ਕਿਉਂਕਿ ਮਾਤਾ ਦਾ ਨਾਮ ਤੇ ਫਾਦਰ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ। ਇਤਿਹਾਸ ਦੇ ਵਿੱਚ ਤੁਹਾਨੂੰ ਪਹਿਲੇ ਹੀ ਦੱਸ ਚੁੱਕੇ ਹਾਂ, ਬਹੁਤ ਮਹੱਤਤਾ ਰੱਖਦੇ ਨੇ। ਹਾਂਜੀ, ਇਹਦਾ ਜਿਹੜਾ ਕਰਪੂਰੀ ਇਸਦੀ ਮਾਤਾ ਦਾ ਨਾਮ ਸੀ। ਇਹਦੇ ਫਾਦਰ ਦਾ ਨਾਮ ਕੀ ਸੀ? ਪਿਤਾ ਦਾ ਨਾਮ ਉਹ ਵੀ ਦੱਸ ਦਿੰਦੇ ਆ, ਸਵੰਸ਼ਵਰ ਚੌਹਾਨ ਇਹਦੇ ਫਾਦਰ ਦਾ ਨਾਮ ਸੀ।
चौवंश चौहान। ठीक है जी। उस तो बाद पृथ्वीराज चौहान ने किस लड़ाई ਵਿੱਚ ਹਾਰਿਆ, ਮਤਲਬ ਇਨ ਵਿਚ ਬੈਟਲ ਪ੍ਰਿਥਵੀਰਾਜ ਚੌਹਾਨ ਵਾਸ ਡਿਫੀਟਡ। ਤਾਂ ਕਿਸ ਦੇ ਵਿੱਚ ਹੋਇਆ ਸੀ ਜੀ? ਇਹਦੇ ਵਿੱਚ ਜਿਹੜਾ ਰਾਈਟ ਆਪਸ਼ਨ ਹੈ ਤੁਹਾਨੂੰ ਦੱਸ ਦਈਏ, ਪਹਿਲੇ ਵਿੱਚ ਤਾਂ ਜਿੱਤ ਗਿਆ ਸੀ, ਉਸ ਤੋਂ ਬਾਅਦ ਸੈਕੰਡ ਦੇ ਵਿੱਚ ਉਹ ਹਾਰ ਗਿਆ ਸੀ। ਦੇਖੋ ਇਹਦੇ ਵਿੱਚ ਵੀ 4 ਜੰਗਾਂ ਉਹਨਾਂ ਨੇ ਲਿਖੀਆਂ ਹੋਈਆਂ। 91 ਚ 1191 ਚ ਫਸਟ ਹੋਈ ਸੀ, 92 ਦੇ ਵਿੱਚ ਹਾਰਿਆ ਸੀ, ਇਹ ਵੀ ਹੋ ਸਕਦਾ 1192 ਦੇ ਵਿੱਚ ਹਾਰਿਆ ਸੀ। ਲਾਸਟ ਜਿਹੜੀ ਉਹਨਾਂ ਦੀ ਜਿਹੜੀ ਜੰਗ ਸੀਗੀ ਉਹ ਵੀ ਦੱਸ ਦਿੰਦੇ ਆ ਤੁਹਾਨੂੰ, ਪਹਿਲੇ ਹੀ ਦੱਸ ਚੁੱਕੇ ਆ। 1194 ਦੇ ਵਿੱਚ ਲਾਸਟ ਉਹਨਾਂ ਦੀ ਚਨਾਵਰ ਬੈਟਲ ਆਫ ਚਨਾਵਰ ਹੋਈ ਸੀ, ਤੇ ਮਾਊਂਟ ਆਬੂ ਉਸਦੀ ਸੈਕੰਡ, ਹਾਂਜੀ ਸੈਕੰਡ ਜੰਗ ਸੀਗੀ, ਜਿਹੜੀ ਕਿ 1177 ਦੇ ਵਿੱਚ 1177 ਈਸਵੀ ਦੇ ਵਿੱਚ ਮਤਲਬ ਹੋਈ ਸੀ, ਮਤਲਬ ਕਿ ਹਮਲਾ ਕੀਤਾ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਨੈਕਸਟ ਚੱਲਦੇ ਹਾਂ। ਲਾਸਟ ਆਪਣਾ ਜਿਹੜਾ ਅੱਜ ਦਾ ਕੁਐਸਚਨ ਹੈ, ਚੱਲਦੇ ਹਾਂ, ਕਿਉਂਕਿ 25 ਹੀ ਕਰਾਂਗੇ, ਤੁਹਾਨੂੰ ਪਹਿਲਾਂ ਹੀ ਦੱਸਿਆ ਸੀ 25 4 ਪਾਰਟ ਦੇ ਵਿੱਚ ਵੰਡਿਆ ਹੋਇਆ ਇਹ ਪੋਰਸ਼ਨ। ਤਾਂ ਆਪਾਂ ਕਿਉਂਕਿ ਮੈਂ ਰੀਜ਼ਨਿੰਗ ਵੀ ਕਰਾਂਗੇ, ਪੰਜਾਬੀ, ਹਿੰਦੀ, ਇੰਗਲਿਸ਼, ਉਸ ਦੇ ਨਾਲ ਆਪਾਂ ਟੀਚਰ ਐਪਟੀਟਿਊਡ ਵੀ ਕਰ ਰਹੇ ਹਾਂ, ਇਸ ਕਰਕੇ ਤੁਸੀਂ ਇਸ ਚੈਨਲ ਤੇ ਬਣੇ ਰਹੋ, ਲਗਾਤਾਰ ਤੁਹਾਨੂੰ ਮਿਲਦੀ ਰਹੇ। ਦੇਖੋ ਇਹ ਵੀ ਬਹੁਤ ਜ਼ਰੂਰੀ ਹੈ ਜਿਹੜਾ ਆਪਾਂ ਤੁਹਾਡੇ ਨਾਲ ਕਰ ਰਹੇ ਹਾਂ। ਜਿਹੜਾ ਲਾਸਟ ਆਪਣਾ ਬਚਿਆ ਹੈ 25 ਕੁਐਸਚਨ ਹੈ, ਉਹ ਹੈ ਅਲੀ ਗੁਰਸ਼ਬਦ। ਗੁਰਸ਼ਬਦ ਕਿਸ ਦਾ ਨਾਮ ਸੀ? ਅਲੀ ਗੁਰਸ਼ਬਦ ਕਿਸ ਦਾ ਪੱਕਾ ਨਾਮ ਸੀ, ਜਾਂ ਰੀਅਲ ਨਾਮ ਸੀ, ਅਸਲ ਨਾਮ ਸੀ? ਇਹਦੇ ਵਿੱਚ ਦੇਖੋ ਬੱਚੇ ਬਹੁਤ ਸਾਰੀ ਗਲਤੀਆਂ ਵੀ ਕਰਨਗੇ, ਤਾਂ ਪਹਿਲੀ ਦੱਸ ਦੇਣਾ, ਇਹ ਅਲਾਉਦੀਨ ਖਿਲਜੀ ਦਾ, ਦੇਖੋ ਅਲਾਉਦੀਨ ਖਿਲਜੀ ਦਾ ਅਸਲੀ ਨਾਮ ਹੈ। ਅਲਾਉਦੀਨ ਖਿਲਜੀ ਦਾ ਅਸਲੀ ਨਾਮ ਜਿਹੜਾ ਸੀ ਉਹ ਅਲੀ ਗੁਰਸ਼ਬਦ ਸੀ। ਸਭ ਤੋਂ ਵੱਡੀ ਜਿਹੜੀ ਫੌਜ ਮੰਨੀ ਗਈ ਆ ਉਹ ਅਲਾਉਦੀਨ ਖਿਲਜੀ ਦੀ ਸੀ, ਜਿਹਦੇ ਵਿੱਚ 80,000 ਸੈਨਿਕ ਸੀ, 80,000 ਦੀ ਫੌਜ ਸੀ। ਇਸ ਨੂੰ ਅਲਾਉਦੀਨ ਖਿਲਜੀ ਨੂੰ ਸੈਕੰਡ ਅਲੈਗਜ਼ੈਂਡਰ ਵੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਸਿਕੰਦਰ ਦਾ ਗ੍ਰੇਟ ਕਿਹਾ ਜਾਂਦਾ, ਇਸ ਤਰ੍ਹਾਂ ਇਸ ਨੂੰ ਸੈਕੰਡ ਸਿਕੰਦਰ ਦਾ ਗ੍ਰੇਟ ਵੀ ਕਿਹਾ ਜਾਂਦਾ, ਅਲੈਗਜ਼ੈਂਡਰ ਸੈਕੰਡ ਕਿਹਾ ਜਾਂਦਾ। ਇਸ ਤਰ੍ਹਾਂ ਵੀ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਉਸ ਤੋਂ ਬਾਅਦ ਜਿਹੜਾ ਆਪਣਾ ਨੈਕਸਟ ਗੱਲ ਕਰੀਏ ਆਪਾਂ, ਸਭ ਤੋਂ ਵੱਧ ਸਲੇਵ ਕਿਸ ਦੇ ਕੋਲ ਸੀ, ਜਾਂ ਆਪਾਂ ਕਹਿ ਲਈਏ ਸਲੇਵ ਦਾ ਮਤਲਬ ਇਹਦੇ ਵਿੱਚ ਕਿ ਬੰਦੀ ਤੇ ਉਹ ਗੁਲਾਮ ਕਿਸ ਦੇ ਕੋਲ ਜ਼ਿਆਦਾ ਸੀ? ਉਹ ਸੀ ਫਿਰੋਜ਼ ਸ਼ਾਹ ਤੁਗਲਕ ਕੋਲੇ। 1 ਲੱਖ ਉਹਦੇ ਕੋਲੇ ਫਿਰੋਜ਼ ਸ਼ਾਹ ਤੁਗਲਕ ਕੋਲੇ ਸਲੇਵ ਸੀ। ਤਾਂ ਸਭ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਜਿਹਦੇ ਕੋਲ ਸਭ ਤੋਂ ਜ਼ਿਆਦਾ ਸਲੇਵ ਹੋਣ ਉਹ ਸਭ ਤੋਂ ਪਾਵਰਫੁਲ ਰਾਜਾ ਮੰਨਿਆ ਗਿਆ। ਹਾਂਜੀ, ਅੱਜ ਸਾਰੇ ਆਪਾਂ ਡਾਊਟ ਸਾਰੇ ਕੁਐਸਚਨ ਕੀਤੇ ਨੇ, ਬਾਕੀ ਜਿਹੜੇ 25 ਰਹਿ ਗਏ, ਮਤਲਬ 75 ਰਹਿ ਗਏ, ਤਾਂ 75 ਆਪਾਂ 3 ਵੀਡੀਓ ਦੇ ਵਿੱਚ ਕਰ ਲਵਾਂਗੇ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।